Good morning, students. I am Neeraj, Science Mistress, employed at Government Senior Secondary Smart School, Channo. बेटा जिवें तुहानूं मैं दस्सिया ही सी कि अपना रिफ्लैक्शन ਅਤੇ ਰੀਫ੍ਰੈਕਸ਼ਨ ਚੈਪਟਰ ਜਿਹੜਾ ਕਿ 10th ਕਲਾਸ ਲਈ 10th ਚੈਪਟਰ ਹੈ ਉਹ ਮਿਨੀਮਮ 4 ਜਾਂ 5 ਵੀਡੀਓਜ਼ ਦੇ ਵਿੱਚ ਕੰਪਲੀਟ ਹੋਏਗਾ ਐਂਡ ਸੋ ਟੁਡੇ ਫਾਈਨਲੀ ਆਈ ਐਮ ਵਿਦ ਮਾਈ ਲਾਸਟ and most important video, that is fourth video on reflection and refraction, प्रावर्तन ਅਤੇ अपवर्तन। बेटा इस वीडियो ਦੇ ਵਿੱਚ ਆਪਾਂ ਰੀਫ੍ਰੈਕਸ਼ਨ ਭਾਗ ਦੀ ਗੱਲ ਕਰਾਂਗੇ ਬਿਕਾਜ਼ ਰੀਫ੍ਰੈਕਸ਼ਨ ਦਾ ਬਹੁਤ ਛੋਟਾ ਜਿਹਾ ਪਾਰਟ ਆਪਾਂ ਲਾਸਟ ਵੀਡੀਓਜ਼ ਦੇ ਵਿੱਚ ਵੀ ਕੰਪਲੀਟ ਕੀਤਾ ਸੀ ਜਿਸ ਵਿੱਚ ਆਪਾਂ ਰੀਫ੍ਰੈਕਸ਼ਨ ਦੀ ਜਸਟ ਇੰਟਰੋਡਕਸ਼ਨ ਕੀਤੀ ਸੀ ਔਰ ਰੀਫ੍ਰੈਕਸ਼ਨ ਦੇ ਜਿਹੜੇ ਆਪਣੇ ਡੇਲੀ ਲਾਈਫ ਦੇ ਵਿੱਚ ਕੁਝ ਐਕਸਪੀਰੀਅੰਸ ਤੁਸੀਂ ਕਰਦੇ ਹੋ ਐਗਜ਼ਾਮਪਲਸ ਉਹਨਾਂ ਦੀ ਮੈਂ ਇੱਕ ਵੀਡੀਓ ਪਾਈ ਸੀ ਔਰ ਉਹਨਾਂ ਦੇ ਵਿੱਚ ਇੱਕ ਕੰਚ ਦੀ ਸਲੈਬ ਦੇ ਵਿੱਚੋਂ ਰੀਫ੍ਰੈਕਸ਼ਨ ਤੁਸੀਂ ਦੇਖਿਆ ਸੀ ਵੀਡੀਓ ਦੇ ਵਿੱਚ ਮੇਰੀ ਫਰਸਟ ਐਗਜ਼ਾਮਪਲ ਦਿੱਤੀ ਹੋਈ ਸੀ ਜਿਸ ਵਿੱਚ ਕੰਚ ਦੀ ਸਲੈਬ ਵਿੱਚੋਂ ਇੱਕ ਲੇਜ਼ਰ ਲਾਈਟ ਨਾਲ ਆਪਾਂ ਰੀਫ੍ਰੈਕਸ਼ਨ ਸ਼ੋ ਕਰ ਰਹੇ ਸੀ ਔਰ ਇੱਥੇ ਮੈਂ ਉਹ ਤੁਹਾਨੂੰ ਪੜ੍ਹਾਉਣ ਜਾ ਰਹੀ ਹਾਂ ਇਹਦੇ ਵਿੱਚ ਬੇਟਾ ਆਪਾਂ ਨੂੰ ਇਹ ਕੰਚ ਦੀ ਸਲੈਬ ਦਿਖਾਈ ਹੋਈ ਹੈ ABCD ਇੱਥੇ ਆਪਣੇ ਕੋਲ ਇੱਕ ਲਾਈਟ ਆ ਰਹੀ ਹੈ ਰੇ ਆਫ ਲਾਈਟ ਆ ਰਹੀ ਹੈ ਜਿਹਨੂੰ ਆਪਾਂ ਇਨਸੀਡੈਂਟ ਰੇ ਕਹਿ ਰਹੇ ਹਾਂ ਔਰ ਬੇਟਾ ਜਿਵੇਂ ਮੈਂ ਤੁਹਾਨੂੰ ਉੱਥੇ ਲਾਜ਼ ਦੇ ਵਿੱਚ ਵੀ ਦੱਸਿਆ ਸੀ ਕਿ ਜਿਹੜੀ ਆਪਣੀ ਇੰਟਰਫੇਸ ਹੁੰਦਾ ਦੋ ਮਾਧਿਅਮਾਂ ਦਾ ਦੋ ਮਾਧਿਅਮ ਕਿਹੜੇ ਜਿਵੇਂ ਆਪਣਾ ਪਹਿਲਾ ਮੀਡੀਅਮ 에ਅਰ ਹੈ ਔਰ ਦੂਸਰਾ ਮੀਡੀਅਮ ਜਿਹੜਾ ਉਹ ਗਲਾਸ ਹੈ ਸੋ 에ਅਰ ਗਲਾਸ ਇੰਟਰਫੇਸ ਜਿਹੜਾ ਬਣਿਆ ਉਸ ਦੇ ਉੱਪਰ ਕਿਸੇ ਵੀ ਪੁਆਇੰਟ ਦੇ ਉੱਪਰ ਜਦ ਆਪਾਂ ਪਰਪੈਂਡੀਕੂਲਰ ਲਵਾਂਗੇ then it will be the normal ਔਰ ਪੰਜਾਬੀ ਦੇ ਵਿੱਚ ਆਪਾਂ ਇਸ ਨੂੰ ਲੰਬ ਕਹਿ ਦਿੰਦੇ ਆ ਸੋ ਇਹ ਲੰਬ ਹੋਊਗਾ ਬੇਟਾ ਜਿਹਦੇ ਨਾਲ ਆਪਣੀ ਇਨਸੀਡੈਂਟ ਰੇ ਇੱਕ ਐਂਗਲ ਬਣਾ ਰਹੀ ਹੈ ਐਂਡ that angle is angle of incidence ਜਾਂ ਆਪਾਤੀ ਕੋਣ ਹੁਣ ਜਿਹੜਾ ਇਹ ਆਪਾਤੀ ਕੋਣ ਹੈ ਰਿਫਲੈਕਸ਼ਨ ਦੇ ਵਿੱਚ ਤਾਂ ਕਿਰਨ ਇੱਥੋਂ ਵਾਪਸ ਹੋ ਜਾਂਦੀ ਸੀ ਤੇ ਐਂਗਲ I ਐਂਗਲ R ਦੇ ਬਰਾਬਰ ਹੋ ਜਾਂਦਾ ਸੀ that's it ਬਟ ਇਹਦੇ ਵਿੱਚ ਮੈਂ ਤੁਹਾਨੂੰ ਕੀ ਦੱਸਿਆ ਸੀ ਕਿ ਕੋਈ ਵੀ ਲਾਈਟ ਰੇ ਜਦੋਂ ਆਊਗੀ ਉਹ ਦੂਸਰੇ ਮਾਧਿਅਮ ਦੇ ਵਿੱਚ ਪਾਸ ਹੋ ਜਾਂਦੀ ਹੈ ਔਰ ਉਹ ਆਪਣਾ ਪਥ ਬਦਲ ਲੈਂਦੀ ਹੈ ਮੀਨਸ ਹੁਣ ਤੁਸੀਂ ਇਹ ਦੇਖੋ ਇੱਕ ਤਾਂ ਇੱਥੇ ਡਾਟਡ ਲਾਈਨ ਹੈ ਇੱਕ ਇੱਥੇ ਸੋਲਿਡ ਲਾਈਨ ਹੈ ਜਿਹੜੀ ਬੇਟਾ ਡਾਟਡ ਲਾਈਨ ਹੈ ਉਸ ਲਾਈਨ ਦਾ ਕੀ ਕੰਮ ਹੈ ਡਾਟਡ ਲਾਈਨ ਹੈ ਜਿਹੜੀ ਇਹ ਆਪਾਂ ਨੂੰ ਸ਼ੋ ਕਰ ਰਹੀ ਹੈ ਕਿ ਇੱਧਰ ਇਹ ਲਾਈਨ ਜਾਣੀ ਸੀ ਰਾਈਟ ਬਟ ਇਹ ਇੱਧਰ ਨਾ ਜਾ ਕੇ ਥੋੜੀ ਜਿਹੀ ਲੰਬ ਵੱਲ ਨੂੰ ਝੁਕ ਗਈ ਹੈ ਯਾਨੀ ਕਿ ਐਕਚੁਅਲੀ ਇਹਨੇ ਇਹ ਵਾਲਾ ਪਥ ਚੁਣਿਆ ਹੋਇਆ ਕਲੀਅਰ ਬੱਚੇ ਇਹਨੂੰ ਆਪਾਂ ਕਹਿੰਦੇ ਆ ਰੀਫ੍ਰੈਕਸ਼ਨ ਕਿ ਕੋਈ ਵੀ ਪ੍ਰਕਾਸ਼ ਦੀ ਕਿਰਨ ਆਉਂਦੀ ਹੈ ਜਦੋਂ ਇੱਕ ਮਾਧਿਅਮ ਤੋਂ ਦੂਸਰੇ ਮਾਧਿਅਮ ਦੇ ਵਿੱਚ ਪ੍ਰਵੇਸ਼ ਕਰਦੀ ਹੈ ਤਾਂ ਆਪਣਾ ਪਥ ਬਦਲ ਲੈਂਦੀ ਹੈ ਮੀਨਸ ਰੇ ਆਫ ਲਾਈਟ ਵੈਨ ਇਮਰਜਸ ਫਰਮ ਵਨ ਮੀਡੀਅਮ ਟੂ ਅਨਦਰ ਇਟ ਚੇਂਜਸ ਇਟਸ path this is called refraction ठीक है बच्चे और ये जेड़ा नॉर्मल दे नाल एंगल बनिया जिथों ਉਹ एक्चुअली जा रही है वो अपना एंगल ऑफ रीफ्रैक्शन हो जाता है ठीक है बेटा सो हुण इत्थे आपां अगे दो रिफ्रैक्शनस देखांगे एक रिफ्रैक्शन तां होई जदों वो एयर तो ग्लास विच गई प्रकाश किरण और दूसरी कदों होगी जदों वो ग्लास तो दोबारा एयर च बाहर आए ठीक है बेटा सो इत्थे हुण ये किरण आ रही है अपने कोल इधरों तो देखो ये अपनी आपाती किरण सी और ये अपनी है जिहड़ी ये रिफ्रैक्टेड रे होगी अपवर्तित किरण होगी बट हुण जदों आपां ग्लास तो एयर दा केस लवांगे तां ये अपनी आपाती किरण होगी और ये है जिहड़ी अपनी ये रिफ्रैक्टेड रे होगी बेटा हुण इत्थे आपां जे देखिए तां इहने इधर जाना सी एक्चुअल है जिहड़ा इहदा पथ सॉरी ਇਹ ਹੋਣਾ ਸੀ ਬਟ ਹੁਣ ਇਹ ਥੋੜੀ ਜੀ ਪਰੇ ਹਟ ਗਈ ਹੈ ਲੰਬ ਤੋਂ ਇਹ ਕਿਉਂ ਹੁੰਦਾ ਮੈਂ ਤੁਹਾਨੂੰ ਦੱਸਦੀ ਆ ਉਦੋਂ ਇਹ ਲੰਬ ਵੱਲ ਝੁਕੀ ਸੀ ਹੁਣ ਇਸ ਕੇਸ ਦੇ ਵਿੱਚ ਲੰਬ ਤੋਂ ਪਰੇ ਜਾ ਰਹੀ ਹੈ ਇਹਦਾ ਬੱਚੇ ਇਹ ਫਰਕ ਹੁੰਦਾ ਕਿ ਜਦੋਂ ਕੋਈ ਪ੍ਰਕਾਸ਼ ਕਿਰਨ ਹਲਕੇ ਤੋਂ ਆਪਾਂ ਕਹ ਲਈਏ ਵਿਰਲੇ ਤੋਂ ਸੰਘਣੇ ਮਾਧਿਅਮ ਦੇ ਵਿੱਚ ਜਾਂਦੀ ਹੈ ਤਾਂ ਉਹ ਲੰਬ ਵੱਲ ਝੁਕ ਜਾਂਦੀ ਹੈ ਪਰ ਜਦੋਂ ਉਹ ਸੰਘਣੇ ਮਾਧਿਅਮ ਤੋਂ ਵਿਰਲੇ ਮਾਧਿਅਮ ਦੇ ਵਿੱਚ ਪ੍ਰਵੇਸ਼ ਕਰਦੀ ਹੈ ਤਾਂ ਉਹ ਲੰਬ ਤੋਂ ਪਰੇ ਹਟ ਜਾਂਦੀ ਹੈ ਇਹ ਰਿਫਰੈਕਸ਼ਨ ਦੀ ਕੰਡੀਸ਼ਨ ਤੁਸੀਂ ਯਾਦ ਰੱਖਣੀ ਹੈ ਠੀਕ ਹੈ ਬੇਟਾ और नैक्सट आपां इहदे लॉज मैं तुहानूं जिहड़े कल करवाए सीगे उन्हां लॉज दे बारे मैं तुहानूं दसूंगी कि सैकेंड लॉ मैं तुहानूं कहा सी तुसीं नैक्सट वीडियो दे विच मैं तुहानूं कवर करवाऊंगी हाँ जी सैकेंड लॉ दे विच बेटे जिहड़ी इंपॉर्टेंट चीज़ मैं तुहानूं दसनी है वो सी अपना साइन आई बाय साइन आर इज इक्वल टू कॉन्सटेंट ये अपना सैकेंड लॉ सी और इस कॉन्सटेंट बारे ही आपां इत्थे गल करांगे कि कॉन्सटेंट की है सो बेटा इत्थे जिहड़ा ये कॉन्सटेंट है ये अपना हैगा अपवर्तन अंक ठीक
ਇਹ अपवर्तन अंक है ਜਿਹੜਾ इसमें आप इंग्लिश ਦੇ ਵਿੱਚ ਬੋਲਦੇ ਹਾਂ ਰਿਫਰੈਕਟਿਵ ਇੰਡੈਕਸ। ਰਿਫਰੈਕਟਿਵ ਇੰਡੈਕਸ ਕੀ ਹੁੰਦਾ ਹੈ ਬੇਟਾ, ਇਹ ਕਿਸੇ ਵੀ ਮਾਧਿਅਮ ਦੀ ਸੰਘਣਤਾ ਨੂੰ ਦਰਸਾਉਂਦਾ ਹੈ ਕਿ ਕੋਈ ਮਾਧਿਅਮ ਕਿੰਨਾ ਸੰਘਣ ਹੈ। ਬੇਸਿਕਲੀ ਇਹ ਇੱਕ ਕਰੈਕਟਰਿਸਟਿਕ, ਇੱਕ ਗੁਣ ਹੁੰਦਾ ਉਸ ਮਾਧਿਅਮ ਦਾ, ਠੀਕ ਹੈ। ਸੋ ਇੱਥੇ ਆਪਾਂ 에ਅਰ ਦਾ ਮਤਲਬ ਜਿੰਨਾ ਕਿਸੇ ਵੀ ਮਾਧਿਅਮ ਦਾ ਅਪਵਰਤਨ ਅੰਕ ਜਾਂ ਰਿਫਰੈਕਟਿਵ ਇੰਡੈਕਸ ਜ਼ਿਆਦਾ ਹੋਊਗਾ ਉਹਨਾਂ ਆਪਾਂ ਕਹਾਂਗੇ ਉਹ ਮਾਧਿਅਮ ਸੰਘਣਾ ਜ਼ਿਆਦਾ ਹੈ, ਠੀਕ ਹੈ। ਸੋ ਇੱਥੇ ਆਪਾਂ ਨੂੰ 에ਅਰ ਹੈ ਇੱਕ ਤਾਂ ਮਾਧਿਅਮ ਆਪਣਾ, ਦੂਸਰਾ ਮਾਧਿਅਮ ਆਪਣਾ ਗਲਾਸ ਹੈ। ਹੁਣ ਜੇ ਆਪਣੀ ਇਹ ਕਿਰਨ ਆ ਰਹੀ ਹੈ ਇੱਥੇ ਐਂਗਲ I ਬਣ ਰਿਹਾ, ਕਿਰਨ ਜਾ ਰਹੀ ਹੈ ਇੱਥੇ ਐਂਗਲ R ਬਣ ਰਿਹਾ ਹੈ, ਤਾਂ ਜਿਹੜਾ ਆਪਣਾ ਅਪਵਰਤਨ ਅੰਕ ਹੋਊਗਾ ਆਪਾਂ ਕੈਲਕੂਲੇਟ ਕਿਵੇਂ ਕਰਨਾ ਬੇਟੇ। ਪ੍ਰਕਾਸ਼ ਕਿਰਨ ਇੱਕ ਮਾਧਿਅਮ ਤੋਂ ਦੂਸਰੇ ਮਾਧਿਅਮ ਚ ਆਉਂਦੀ ਹੈ, ਪਹਿਲੇ ਮਾਧਿਅਮ ਦੇ ਵਿੱਚ ਉਹਦੀ ਹੋਰ ਵੈਲੋਸਿਟੀ ਜਾਂ ਹੋਰ ਗਤੀ ਹੋਊਗੀ, ਦੂਸਰੇ ਮਾਧਿਅਮ ਦੇ ਵਿੱਚ ਉਹਦੀ ਗਤੀ 'ਚ ਫਰਕ ਹੋਊਗਾ, ਵੇਗ ਦੇ ਵਿੱਚ ਫਰਕ ਹੋਊਗਾ। ਪਹਿਲੇ ਦੇ ਵਿੱਚ ਵੇਗ ਜੇ ਪਹਿਲਾ ਸੰਘਣ ਹੈ ਤਾਂ ਵੇਗ ਘੱਟ ਹੋਊਗਾ, ਦੂਜਾ ਵਿਰਲਾ ਤਾਂ ਵੇਗ ਜ਼ਿਆਦਾ ਹੋਊਗਾ ਜਾਂ ਵਾਈਸ ਵਰਸਾ। ਸੋ ਇੱਥੇ ਪਹਿਲਾ ਮਾਧਿਅਮ ਆਪਣੇ ਕੋਲ ਹਵਾ ਹੈ ਤਾਂ ਉੱਥੇ ਤੇਜ਼ੀ ਨਾਲ ਆ ਰਹੀ ਹੈ, ਅਗਲਾ ਮਾਧਿਅਮ ਆਪਣੇ ਕੋਲ ਕੰਚ ਹੈ ਉੱਥੇ ਉਹ ਸਲੋ ਹੋ ਜੂਗੀ, ਹੌਲੀ ਹੋ ਜੂਗੀ, ਕਿਉਂਕਿ ਉਹ ਸੰਘਣਾ ਹੋ ਗਿਆ, ਉਹਦੇ ਵਿੱਚ ਉਹਨੂੰ ਜ਼ਿਆਦਾ ਕਣਾਂ ਦੇ ਨਾਲ ਟਕਰਾ ਕੇ ਜਾਣਾ ਪਊਗਾ। ਸੋ ਇੱਥੇ ਜਦੋਂ ਆਪਾਂ ਰਿਫਰੈਕਟਿਵ ਇੰਡੈਕਸ ਦੀ ਗੱਲ ਕਰਾਂ ਤਾਂ ਆਪਾਂ ਇਹਨੂੰ ਕੈਲਕੂਲੇਟ ਕਿਸ ਤਰ੍ਹਾਂ ਕਰਨਾ ਹੈ। ਰਿਫਰੈਕਟਿਵ ਇੰਡੈਕਸ ਜੇ ਆਪਾਂ ਦੂਸਰੇ ਮਾਧਿਅਮ ਦਾ ਪਹਿਲੇ ਦੇ ਰਿਸਪੈਕਟ ਦੇ ਵਿੱਚ ਲੈਣਾ ਹੈ ਤਾਂ ਵੇਗ ਹੈ ਜਿਹੜੀ ਪ੍ਰਕਾਸ਼ ਕਿਰਨ ਦੀ ਪਹਿਲੇ ਦੇ ਵਿੱਚ ਵਟਾ ਵੇਗ ਦੂਸਰੇ ਮਾਧਿਅਮ ਦੇ ਵਿੱਚ, ਠੀਕ ਹੈ ਬੇਟਾ। ਇੱਥੇ ਲਿਖਿਆ ਹੋਇਆ v1 is velocity of light ray in medium 1 and v2 is velocity of light ray in medium 2। क्लियर, ये अपना हुंदा रिफ्रैक्टिव इंडैक्स, ये बहुत इंपॉर्टेंट प्रॉपर्टी है, ठीक है बेटा। किस दी, किसी भी माध्यम की इंपॉर्टेंट प्रॉपर्टी है कि कोई भी माध्यम है जिहड़ा अपना वो आपां कदों कहांगे संघना या विरला, जिन्ना देर आपां नूं ओहदा रिफ्रैक्टिव इंडैक्स नहीं पता आपां नहीं कुछ कह सकते। क्लीयर। नैक्सट स्लाइड दे विच अपना रिफ्रैक्शन बाय स्फेरिकल लैंसेस, जिवें मैं तुहानूं रिफ्लैक्शन बाय स्फेरिकल मिरर्स दस्सिया सी, सेम वे मैं तुहानूं रिफ्रैक्शन करवाऊंगी। रिफ्लैक्शन अपना मिरर्स तो होया सी, रिफ्रैक्शन है जिहड़ा वो लैंसेस तो होगा, बिकॉज बटे जिहड़े अपने मिरर्स सीगे आपां उन्हां दे विच चेंज कर लिया सी, मिरर्स दे विच आपां चेंज की कर लिया सी, ਉਹਦੇ ਪਿੱਛੇ ਜਿਹੜੀ ਸਤ੍ਹਾ ਸੀ ਉਹਨੂੰ ਆਪਾਂ ਪੋਲਿਸ਼ ਕਰ ਲਿਆ ਸੀ, ਪਿਛਲੀ ਸਤ੍ਹਾ ਨੂੰ। ਜਦੋਂ ਆਪਾਂ ਪਿਛਲੀ ਸਤ੍ਹਾ ਨੂੰ ਪੋਲਿਸ਼ ਕੀਤਾ ਸੀ ਤਾਂ ਉੱਥੇ ਆਪਣੇ ਕੋਲ ਇੱਕ ਸਮਤਲ ਦਰਪਣ ਬਣ ਗਿਆ ਸੀ ਜਾਂ ਇੱਕ ਦਰਪਣ ਬਣ ਗਿਆ ਸੀ ਜਿਹੜਾ ਕਿ ਆਉਣ ਵਾਲੀਆਂ ਕਿਰਨਾਂ ਨੂੰ ਰਿਫਲੈਕਟ ਬੈਕ ਕਰ ਦਿੰਦਾ। ਬਟ ਇੱਥੇ ਆਪਾਂ ਕਿਸੇ ਵੀ ਲੇਅਰ ਨੂੰ ਕਿਸੇ ਵੀ ਸਾਈਡ ਨੂੰ ਪੋਲਿਸ਼ ਨਹੀਂ ਕੀਤਾ ਤਾਂ ਇੱਥੋਂ ਪ੍ਰਕਾਸ਼ ਕਿਰਨਾਂ ਅਗਲੇ ਮਾਧਿਅਮ ਦੇ ਵਿੱਚ ਪ੍ਰਵੇਸ਼ ਕਰ ਜਾਣੀਆਂ, ਕਿਉਂਕਿ ਟਰਾਂਸਪੇਰੈਂਟ ਹੈ ਆਪਣੇ ਕੋਲੇ ਜਿਹੜਾ ਲੈਂਸ ਹੈ। ਸੋ ਇੱਥੇ ਆਪਾਂ ਪਹਿਲਾਂ ਗੱਲ ਕਰਾਂਗੇ ਕਨਵੈਕਸ ਲੈਂਸ ਦੀ ਜਾਂ ਉੱਤਲ ਲੈਂਸ ਦੀ। ਉੱਤਲ ਲੈਂਸ ਦੇ ਵਿੱਚ ਕੀ ਹੁੰਦਾ ਹੈ, ਜਦੋਂ ਮਲਟੀਪਲ ਰੇਜ਼ ਆ ਰਹੀਆਂ ਨੇ, ਬਹੁਤ ਸਾਰੀਆਂ ਪ੍ਰਕਾਸ਼ ਕਿਰਨਾਂ ਆਪਣੇ ਕੋਲ ਆ ਰਹੀਆਂ ਨੇ, ਇੱਕ ਦੂਸਰੇ ਦੇ ਸਮਾਨਾਂਤਰ ਨੇ, ਤਾਂ ਉਹ ਇੱਕ ਮਾਧਿਅਮ ਦੇ ਉੱਪਰ ਇਹਦੇ ਵਿੱਚੋਂ ਲੰਘ ਕੇ ਇੱਕ ਮਾਧਿਅਮ ਦੇ ਉੱਪਰ ਇਕੱਠੀਆਂ ਹੋ ਇੱਕ ਪੁਆਇੰਟ ਦੇ ਉੱਪਰ ਇਕੱਠੀਆਂ ਹੋ ਜਾਂਦੀਆਂ ਨੇ। ਉਸ ਬਿੰਦੂ ਨੂੰ ਆਪਾਂ ਕੀ ਕਹਿੰਦੇ ਹੁੰਦੇ ਆ, ਫੋਕਸ ਬਿੰਦੂ ਜਾਂ ਫੋਕਸ। ਹੁਣ ਇਹ ਬੇਟੇ ਜਿਹੜਾ ਫੋਕਸ ਹੁੰਦਾ ਇਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਜਿਹੜਾ ਇਹ ਫੋਕਸ ਹੈ ਇਸ ਦੀ ਆਪਾਂ ਗੱਲ ਕਰੀਏ ਤਾਂ ਇੱਧਰ ਜਿਵੇਂ ਮੈਂ ਤੁਹਾਨੂੰ ਉਹਦੇ ਵਿੱਚ ਕੁਝ ਪੈਰਾਮੀਟਰਸ ਦੱਸੇ ਸੀ, ਉਸੇ ਤਰ੍ਹਾਂ ਉਸ 'ਚ ਪਹਿਲਾਂ F ਸੀ, ਇੱਧਰ ਆਪਣਾ C ਸੀਗਾ, ਇਹਦੇ ਵਿੱਚ ਆਪਾਂ ਲੈਣਾ F1 ਔਰ C ਨੂੰ ਆਪਾਂ ਕਹਿੰਦੇ 2F1। ਹੁਣ ਜਿਹੜੀ ਆਪੋਜ਼ਿਟ ਸਾਈਡ ਹੈ ਉਧਰ ਇਹ ਵਾਲੇ ਭਾਗ ਦੇ ਡਾਇਮੈਂਸ਼ਨਸ ਹੋਣਗੇ ਜਾਂ ਇਹ ਵਾਲੇ ਭਾਗ ਦੇ ਪੈਰਾਮੀਟਰਸ ਹੋਣਗੇ, ਉਹਨਾਂ ਨੂੰ ਆਪਾਂ ਲਿਖਦੇ ਨੇ F2 ਤੇ 2F2। राइट बच्चे, हुण जेड़ा अपना लेंस है ਉਹਦੇ ਆਪਣੇ ਕੋਲ F1 2F1 ਲੈਫਟ ਸਾਈਡ ਤੇ ਆ ਗਏ ਔਰ F2 ਤੇ 2F2 ਹੈ ਜਿਹੜੇ ਆਪਣੇ ਕੋਲ ਰਾਈਟ ਸਾਈਡ ਆ ਗਏ। ਤਾਂ ਜਦੋਂ ਮਲਟੀਪਲ ਰੇਜ਼ ਆਫ ਲਾਈਟ ਆ ਰਹੀਆਂ ਨੇ ਇੱਕ ਦੂਜੇ ਸਮਾਨਾਂਤਰ ਤਾਂ ਉਹ F ਦੇ ਉੱਪਰ ਯਾਨੀ ਕਿ ਜਿੱਧਰੋਂ ਆ ਰਹੀਆਂ ਨੇ ਉਸ ਤੋਂ ਆਪੋਜ਼ਿਟ ਸਾਈਡ ਦੇ ਉੱਪਰ ਉਹ ਇਕੱਠੀਆਂ ਹੋ ਜਾਣੀਆਂ। ਇਸੇ ਤਰ੍ਹਾਂ ਜਿਹੜਾ ਆਪਣਾ ਅਵਤਲ ਲੈਂਸ ਹੁੰਦਾ, ਅਵਤਲ ਲੈਂਸ ਦੀ ਟੈਂਡੈਂਸੀ ਹੁੰਦੀ ਹੈ ਕਿਰਨਾਂ ਨੂੰ ਡਾਇਵਰਜ ਕਰਨ ਦੀ, ਖਿਲਾਰਨ ਦੀ। ਤਾਂ ਇੱਥੋਂ ਕਿਰਨ ਆਈ, ਇੱਧਰੋਂ ਕਿਰਨ ਆਈ, ਇਹ ਸਾਰੀਆਂ ਖਿਲਰ ਰਹੀਆਂ ਨੇ। ठीक है बेटा, हुण आपां इमेज फॉर्मेशन बाय लैंसेस के गोलाकार लेंसां द्वारा प्रतिबिंब बनते किवें, जिवें मैं तुहानूं उधर 4 केस दस्से सी कि जे कोई किरण F चों लंघ रही है तो समानांतर हो जूगी रिफ्लैक्शन तो बाद। इसे तरह के केस इत्थे भी ने, कोई किरण जिहड़ी प्रिंसीपल एक्सिस दे समानांतर आ रही है, इहदे विच कुछ फर्क नहीं है, सारे पैरामीटर सेम ने, फर्क सिर्फ इन्ना है कि ਜਿਹੜੀ ਨੂੰ ਆਪਾਂ F ਲਿਖਦੇ ਸੀ ਜਾਂ ਕੈਪੀਟਲ F ਲਿਖਦੇ ਸੀ ਮੁੱਖ ਫੋਕਸ ਨੂੰ, ਇਹਨੂੰ ਆਪਾਂ F1 ਜਾਂ F2 ਲਿਖਣਾ ਔਰ ਜਿਹਨੂੰ ਆਪਾਂ C ਲਿਖਦੇ ਸੀ ਉਸ ਬਿੰਦੂ ਨੂੰ ਆਪਾਂ 2F1 ਲਿਖਣਾ। ਠੀਕ ਹੈ। ਸੋ ਇੱਥੇ ਆਪਣੀ ਜਦੋਂ ਕੋਈ ਵੀ ਪ੍ਰਕਾਸ਼ ਕਿਰਨ ਸਮਾਨਾਂਤਰ ਆ ਰਹੀ ਹੈ ਪ੍ਰਿੰਸੀਪਲ ਐਕਸਿਸ ਦੇ ਤਾਂ ਉਹ ਰੀਫਰੈਕਸ਼ਨ ਤੋਂ ਬਾਅਦ, ਅਪਵਰਤਨ ਤੋਂ ਬਾਅਦ ਫੋਕਸ ਦੇ ਵਿੱਚੋਂ ਦੀ ਲੰਘੂਗੀ। ਉਧਰ ਰਿਫਲੈਕਸ਼ਨ ਦੇ ਵਿੱਚ ਵੀ ਸੇਮ ਕੇਸ ਸੀ। और इस दे विच आपां की करना है बेटे, जदों कोई सेकंड केस है, जदों कोई रे ऑफ लाइट F दे विचों लंघ रही है
ਤਾਂ ਉਹ ਮੁੱਖ ਧੁਰਾ ਦੇ ਸਮਾਨਾਂਤਰ ਹੋ ਜਾਂਦੀ ਹੈ। ठीक है। और थर्ड केस जिहड़ा है वो इसका बहुत इंपॉर्टेंट है। ऐसा केस आपां पहलां वीडियो दे विच नहीं देखिया। इस दे विच की है कि जदों कोई प्रकाश किरण ਉਹਦੇ ਵਿੱਚੋਂ ਲੰਘ ਰਹੀ ਹੈ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਆਊਗੀ और रिफ्रैक्शन तो बाद बिल्कुल सीधी जाऊगी। ਜਿਹੜੀ दिशा चो आ रही है बिल्कुल उस दिशा ਦੇ ਵਿੱਚੋਂ रिफ्रैक्शन तो बाद भी निकल जूगी। क्लीयर बच्चे। उस दे विच एक चीज़ बेटा हो रहा है, दर्पण के केस दे इत्थे आपां पी लैंदे हुंदे सी, पोल लैंदे सी, जिसनूं आपां ध्रुव कह दिंदे सी, बट इत्थे आपां ओ लैना प्रकाशी केंद्र या ऑप्टिकल सेंटर बोलदे। राइट बेटा। नैक्सट स्लाइड दे विच मैं तुहानूं दिखाऊंगी जिवें आपां उधर पहला रिफ्लैक्शन दे विच 6 केस कीते सी। 6 केस किहदे कीते सी आपां अवतल दर्पण दे। इत्थे सेम 6 केस बनणगे उत्तल लेंस दे। बेटा एक गल याद रखियो, अवतल दर्पण ते उत्तल लेंस दोवें एक तरह बिहेव करदे ने। उसे तरह अवतल लेंस ते उत्तल दर्पण दोवें एक तरह बिहेव करदे ने। मीनस जिवें अवतल दर्पण किरणां नूं इकट्ठियां करदा सी, फोकस करदा सी, उसे तरह उत्तल लेंस किरणां नूं इकट्ठियां करदा है। जिस तरह अवतल लेंस दा तुहानूं दिखाया मैं कि वो किरणां नूं खिलारदा है, उसे तरह याद करो अपना उत्तल दर्पण भी किरणां नूं खिलारदा सी। ठीक है। सो इसे तरह आपां हुण पहलां इहदा फोकस दूरी कड्डांगे जिवें आपां उस केस च कीती सीगी। रिफ्लैक्शन दे केस विच आपां अवतल दर्पण लिया सी, उत्थे पर किवें कड्ढी सी दूरी कि इनफिनिटी तो उपर अनंत तो अपने कोले किरणां आ रही ने। आपां उहनूं एक पर्टिकुलर डिस्टेंस पर याद होएगा तो मैं वीडियो पाई सी, पर्टिकुलर डिस्टेंस के उपर रखिया सी तां कागज़ जलना शुरू हो गया सी। जिस बिंदु के उपर कागज़ दे उपर जिहड़ा ब्राइट स्पॉट बनिया, सूरज का प्रतिबिंब बनिया, वो बिंदु सी बेटे, वो मुख फोकस सी। इसे तरह आप पहले केस दे विच देख रहे हैं। तो इत्थों आपां नूं की क्लीयर हो रहा है कि जदों आपां अपने ऑब्जेक्ट नूं अनंत दे उपर रखिया या बिंब नूं अनंत दे उपर रखिया या वस्तु नूं अनंत दे उपर रखिया, उस टाइम अपने कोल जिहड़ा प्रतिबिंब बन रहा है बेटे वो एफ दे उपर बन रहा है या F2 दे उपर बन रहा है। क्लीयर। फर्स्ट केस ओके। सैकेंड केस दे विच की है बेटे, जदों अपना बिंब या जदों अपना ऑब्जेक्ट है जिहड़ा वो C तो पिछे या 2F1 तो पिछे पे है, ਉਹਦੇ ਵਿੱਚ ਵੀ ਇਹੀ ਸੀ। ਜਦੋਂ ਆਪਣਾ ਆਬਜੈਕਟ C ਤੋਂ ਪਰੇ ਪਿਆ ਉਦੋਂ ਪ੍ਰਤੀਬਿੰਬ F ਔਰ C ਦੇ ਵਿਚਕਾਰ ਬਣਦਾ ਹੁੰਦਾ ਸੀ। ਬਟ ਇਹਦੇ ਵਿੱਚ ਬੇਟਾ ਇਹ ਹੈ ਕਿ ਉਹਦੇ ਵਿੱਚ ਸੇਮ ਸਾਈਡ ਤੇ ਬਣਦਾ ਸੀ ਬਿਕਾਜ਼ ਉੱਥੇ ਰਿਫਲੈਕਸ਼ਨ ਹੋ ਰਹੀ ਸੀ, ਕਿਰਨਾਂ ਰਿਫਲੈਕਟ ਬੈਕ ਹੋ ਰਹੀਆਂ ਸੀ। ਬਟ ਇਸ ਕੇਸ ਦੇ ਵਿੱਚ ਆਪਾਂ ਕੀ ਦੇਖਣਾ ਹੈ ਕਿ ਆਪਣੀਆਂ ਜਿਹੜੀਆਂ ਕਿਰਨਾਂ ਨੇ ਉਹ ਰਿਫਲੈਕਟ ਬੈਕ ਨਹੀਂ ਹੋ ਰਹੀਆਂ, ਆਪਣੀਆਂ ਕਿਰਨਾਂ ਉੱਥੋਂ ਅੱਗੇ ਜਾ ਰਹੀਆਂ ਨੇ, ਅਗਲੇ ਮਾਧਿਅਮ ਦੇ ਵਿੱਚ ਜਾ ਰਹੀਆਂ ਨੇ। ਰਾਈਟ। ਸੋ ਇੱਥੇ ਆਪਣਾ ਜਿਹੜਾ ਪ੍ਰਤੀਬਿੰਬ ਹੈ ਉਹ ਲੈਂਸ ਤੋਂ ਉਲਟੀ ਸਾਈਡ ਬਣੂਗਾ। जिधर अपना बिंब पे उधर नहीं बनूंगा, उस तो ऑपोजिट साइड ते बनूंगा। फर्क सिर्फ यही है, बाकी वही है कि जे C तो परे पे तो F और C दे विचकार ही अपना प्रतिबिंब बनूंगा। ये C है, ये अपना F है, ना दोनों दे विचकार प्रतिबिंब बन रहा है। बनना उसे तरह है, किरण आ रही है समानांतर आ रही सी, F विचों लंघूगी, जिहड़ी O चों लंघ रही है O चों ही लंघूगी, जिथे दोनों मिलदियां ने उत्थे अपना प्रतिबिंब बनदा है। राइट बच्चे। और थर्ड केस दे विच की है कि जदों अपना ऑब्जेक्ट C दे उपर पिया तां नैचुरली अपना प्रतिबिंब भी C दे उपर बनना है। नॉट नैचुरली, ये मैं तुहानूं रिफ्लैक्शन वाली वीडियो दे विच दस्सिया सी। ठीक है। दैट्स वाई आई एम आस्किंग यू नैचुरली कि तुहानूं याद होऊगा। आई एम टेकिंग इट एज इट्स ऑबवियस कि तुहानूं याद होगा। आई एक्सपैक्ट कि तुसीं रिफ्लैक्शन वाली वीडियो बहुत अच्छी तरह देखी होनी, सुनी होनी है। ठीक है बेटा। तो तुसी प्लीज़ थोड़ा सा लेबर आप भी करो। मैं बहुत मेहनत की है, स्लाइड्स बनाइया ने, समझिया ने कि बच्चों के लैवल ते जाके मैं उन्होंने कंटेंट नूं पाया। ठीक है। उस लैवल ते जाके मैं समझाने की भी कोशिश करती हाँ। सो बेटा थोड़ी जी लेबर तुसी आप भी करनी है, रिक्वेस्ट यू। ओके। सो थर्ड केस दे विच की है कि जदों अपना ऑब्जेक्ट C दे उपर पिया है उदों अपना प्रतिबिंब या अपना इमेज है जिहड़ा वो भी C दे उपर ही बन रहा है। ठीक है बेटा। फोर्थ केस दे विच की है, जदों अपना ऑब्जेक्ट F और C दे विचकार है या F और 2F दे विचकार है उदों अपना जिहड़ा इमेज है वो C तो परे बन रहा है, या तुसी कह लो कि जो अपना इमेज ऑब्जेक्ट F और C दे विचकार है उस टाइम अपना जिहड़ा इमेज है वो C तो परे बट अपोजिट साइड। हुण तुसी बेटा इत्थे एक चीज़ नोटिस कीती है कि जिहड़ा अपना ऑब्जेक्ट और इमेज है वो उल्टे ने। जे ऑब्जेक्ट अपना सीधा पिया तो इमेज अपना जिहड़ा उल्टा बन रहा है। ये मैं तुहानूं दसदी हाँ क्योंकि बेटा ऑब्जेक्ट जिहड़ा अपना इमेज बन रही है रिफ्लैक्शन दे विच भी जदों इमेज अपनी सेम साइड ते बन रही सी उदों वो उल्टा बन रही सी। बिकॉज मैं तुहानूं दस्सिया भी सी, शायद अगर नहीं दस्सिया हुण सुन लो ध्यान नाल। मैं दस रही हाँ कि जदों इमेज उल्टी बनती है बेटा नीचे वाल बनती है और ऑब्जेक्ट अपनी इस तरह पई है, वो इमेज रियल हुंदी है एंड वी कैन अचीव दैट इमेज
image at the screen, ਅਸੀਂ ਉਹਨੂੰ ਪਰਦੇ ਤੇ ਪ੍ਰਾਪਤ ਕਰ ਸਕਦੇ ਹਾਂ। ਲਾਸਟ ਕੇਸ ਹੈ ਆਪਣਾ ਸੈਕਿੰਡ ਲਾਸਟ केस है कि ਜਦੋਂ अपनी इमेज, हाँ जी लास्ट केस है बेटा, ਜਦੋਂ अपना ऑब्जेक्ट या अपना बिंब F ਦੇ ਉੱਪਰ ਪਿਆ ਉਦੋਂ ਜਿਹੜੀ ਆਪਣੀ ਇਮੇਜ ਹੈ ਉਹ ਇਨਫਿਨਿਟੀ ਦੇ ਉੱਪਰ ਬਣਦੀ ਹੁੰਦੀ ਹੈ। ਕਿ ਸਭ ਇਨਫਿਨਿਟੀ ਆਪਾਂ ਲੈਬ ਦੇ ਵਿੱਚ ਅਗਰ ਕਰਦੇ ਹਾਂ ਤਾਂ ਇਨਫਿਨਿਟੀ ਇਜ਼ ਨਾਟ ਟੂ ਫਾਰ, ਇਨਫਿਨਿਟੀ ਆਪਾਂ ਸਿਰਫ 2 ਜਾਂ 2.5 ਮੀਟਰ ਦੀ ਦੂਰੀ ਤੇ ਮੰਨ ਕੇ ਚੱਲਦੇ ਹੁੰਦੇ ਹਾਂ ਲੈਬ ਦੇ ਵਿੱਚ। ਇਹ ਬੇਟਾ ਸਾਰੇ ਕੇਸਿਸ ਦੀ ਸਮਰੀ ਦਿੱਤੀ ਹੋਈ ਹੈ ਟੇਬਲ ਦੇ ਵਿੱਚ। ਇਹ ਟੈਬੂਲਰ ਫਾਰਮ 'ਚ ਤਾਂ ਦਿੱਤੀ ਹੈ ਕਿ ਤੁਹਾਨੂੰ ਜਿੰਨੇ ਵੀ ਤੁਸੀਂ ਕੇਸ ਕੀਤੇ ਨੇ ਉਹਨਾਂ ਸਾਰਿਆਂ ਨੂੰ ਅਗਰ ਤੁਸੀਂ ਕੀਨਲੀ ਸਟੱਡੀ ਕਰਦੇ ਹੋ ਤਾਂ ਉਸ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਐਨਾਲਾਈਜ਼ ਕਰ ਸਕੋ। ਇਸ ਤੇ ਤੁਸੀਂ ਹੱਥ ਰੱਖ ਕੇ ਸੋਚੋ, ਪੜ੍ਹੋ, ਸਮਝੋ ਕਿ ਤੁਹਾਨੂੰ ਸਾਰੀਆਂ ਚੀਜ਼ਾਂ ਸਮਝ ਲੱਗੀਆਂ। जब इनफिनिटी ते प्रतिबिंब फोकस से बनना, जब फोकस इनफिनिटी ते बनना, जब सी और एफ के विचकार है तो प्रतिबिंब सी तो पीछे बनना, जब वस्तु सी तो पीछे तो प्रतिबिंब सी और एफ के विचकार बनना, जब इनफिनिटी ते फोकस से बनना, फोकस ते इनफिनिटी ते बनना। ठीक है बेटा, ये अपने 5-6 केसिस होंगे ने, इन्हां नूं तुसीं याद रखना है। अगे जिवें आपां उत्तल दर्पण की गल कीती सी उसे तरह आपां अवतल लैंस की गल करांगे कि इत्थे जिहड़ा प्रतिबिंब है वो कदे भी रियल नहीं बनता, हमेशा इमेजिनरी बनता है, हमेशा अपना वर्चुअल हुंदा है। मीनस वर्चुअल का मतलब की है कि ਉਹਦੇ ਵਿੱਚ ਹੁੰਦਾ है, हमेशा ਲੈਂਸ ਦੇ अंदर ही बनूगा। ਆਪਾਂ ਉਸ ਨੂੰ ਪਰਦੇ ਤੇ नहीं प्राप्त कर सकते, स्क्रीन ਤੇ ਜਾਂ कागज ਤੇ ਆਪਾਂ नहीं प्राप्त कर सकते। ठीक है, और फिर ਜਦੋਂ मैं ਤੁਹਾਨੂੰ ਦੱਸਿਆ कि इमेज ਜਦੋਂ वर्चुअल बनती है तो ਉਦੋਂ ਕੀ बनती है, वो सीधी बनती है, इरैक्ट बनती है। ठीक है, दोनों केसेस ਦੇ ਵਿੱਚ ਇਹੀ ਹੈ। ਜਦੋਂ इनफिनिटी ਤੇ ਤਾਂ एफ ਤੇ बनूगा, एफ ਆਪਾਂ ਕਹਿ ਦਿੰਦੇ ਹਾਂ बट ਹੁੰਦਾ ਉਹਦੇ अंदर ही है। और ਜਦੋਂ ਇਹ अपना सी और एफ ਦੇ ਵਿਚਕਾਰ है ਉਦੋਂ अपना ਜਿਹੜਾ एफ और ओ ਦੇ ਵਿਚਕਾਰ बनेगी इमेज। ठीक है, होएगी अपनी टोटली वर्चुअल ਹੁੰਦੀ है लेंस ਦੇ ਵਿੱਚ ही है बेटे। क्लीयर। ਹੁਣ ਨੈਕਸਟ ਇੱਕ ਹੈ ਆਪਣਾ ਲੈਂਸ ਫਾਰਮੂਲਾ। ਜਿਵੇਂ ਮੈਂ ਤੁਹਾਨੂੰ ਕਰਵਾਇਆ ਸੀ ਦਰਪਣ ਸੂਤਰ, ਉਸੇ ਤਰ੍ਹਾਂ ਆਪਣੇ ਕੋਲੇ सॉरी इत्थे मैं दर्पण सूत्र लिखता, यह लेंस सूत्र है बेटा। लेंस फार्मूला उत्थे अपने कोले प्लस का साइन सी, जिथे इत्थे नैगेटिव का साइन है। लेंस फार्मूला दे विच अपने कोले दर्पण फार्मूला सीगा जिहड़ा मिरर फार्मूला सी, उत्थे इहदे विच प्लस का साइन सी। क्लीयर। वी यू एफ हुण तक तुहानूं समझ लग ही गया होना। वी अपनी इमेज डिस्टेंस हुंदी है, यू अपनी ऑब्जेक्ट डिस्टेंस हुंदी है, एफ अपनी फोकल लेंथ हुंदी है। राइट, अगे मैग्नीफिकेशन। मैग्नीफिकेशन मैं तुहानूं रिफ्लैक्शन के केस विच दसदी सी एच डैश बाय एच। एच डैश अपनी इमेज दी हाइट हुंदी है या साइज हुंदा है, एच है जिहड़ा अपना ऑब्जेक्ट दा साइज हुंदा है। वी और यू मैं तुहानूं लास्ट स्लाइड दे उपर क्लीयर कीती है। राइट बेटा, थैंक यू सो मच। ਇਹਦੇ ਨਾਲ ਰਿਲੇਟਡ ਕੁਐਸਚਨਸ ਆਪਣੀ ਲਾਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪਾਤੇ ਸੀ। ਹੁਣ ਪ੍ਰੈਕਟਿਸ ਲਈ ਤੁਸੀਂ ਇਹ ਲੈਂਸ ਫਾਰਮੂਲਾ ਹੋ ਗਿਆ, ਆਪਣਾ ਮੈਗਨੀਫਿਕੇਸ਼ਨ ਫਾਰਮੂਲਾ ਹੋ ਗਿਆ, ਜਾਂ ਸੇਮ ਉਹੀ ਕੇਸਿਸ ਰਿਪੀਟ ਹੋ ਰਹੇ ਨੇ ਨਾਲ ਟੈਬੂਲਰ ਫਾਰਮ 'ਚ ਦਿੱਤੇ ਹੋਏ ਨੇ। ਯੂ ਕੈਨ ਫਰੇਮ ਯੂਰ ਕੁਐਸਚਨਸ yourself to analyze yourself। ਸੋ ਆਈ ਰਿਕੁਐਸਟ ਯੂ ਬੇਟਾ ਕਿ ਤੁਸੀਂ ਆਪਣੇ ਆਪ ਵੀ ਆਪਣੀ ਬੁੱਕ ਨੂੰ ਥੋਰੋਲੀ ਸਟੱਡੀ ਕਰਨਾ। ਲੈਸਨ ਕੰਪਲੀਟ ਹੋ ਗਿਆ। आई थिंक 11th ਲੈਸਨ ਨੂੰ ਆਪਾਂ ਕੰਟੀਨਿਊ ਕਰਾਂਗੇ। ਇਹਦੇ ਨਾਲ ਮਿਲਦਾ ਜੁਲਦਾ ਵੀ ਆ ਥੋੜਾ ਕੁਝ ਗੱਲਾਂ ਜਿਹੜੀਆਂ ਪੈਦਾ ਸਮਝਿਆ, ਰਿਫਲੈਕਸ਼ਨ ਰਿਫਰੈਕਸ਼ਨ ਉਧਰ ਵੀ ਯੂਜ਼ ਹੋਣਗੀਆਂ ਕਨਸੈਪਟ ਦੇ ਵਿੱਚ। ਥੈਂਕ ਯੂ ਸੋ ਮਚ ਬੇਟਾ।